सतगुर की सेवा सफल है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸਾਰੀਆਂ ਹੀ ਸੰਗਤਾਂ ਬੜੇ ਪਿਆਰ ਦੇ ਨਾਲ IM-US ਮਲਟੀਮੀਡੀਆ ਚੈਨਲ ਦੇ ਦੁਆਰਾ ਵਕਤਨ ਪਵਕਤਨ ਪ੍ਰੋਗਰਾਮ ਸਾਡੇ ਜਿਹੜੇ ਉਹ ਤੁਸੀਂ ਬੜੇ ਪਿਆਰ ਦੇ ਨਾਲ ਦੇਖਦੇ ਤੇ ਇਹਨੂੰ ਬੜਾ ਤੁਸੀਂ ਸਲਾਨਾ ਸਾਡੇ ਜਿਹੜੀ ਹੈ ਯਤਨ ਕਰਦੇ ਹੋ। IM-US ਮਲਟੀਮੀਡੀਆ ਦਾ ਹਰ ਵਕਤ ਉਪਰਾਲਾ ਰਿਹਾ ਹੈ ਕਿ ਇਸ ਸਮਾਜ, ਇਸ ਦੇਸ਼ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਿਸ ਆਦਮੀ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੋਵੇ, ਉਹਨਾਂ ਲੋਕਾਂ ਦੇ ਕੋਲ ਪਹੁੰਚ ਕੇ ਅਸੀਂ ਉਹਨਾਂ ਲੋਕਾਂ ਦੀ ਉਹ ਕੰਟਰੀਬਿਊਸ਼ਨ, ਉਹ ਜਜ਼ਬਾ ਜੋ ਉਹਨਾਂ ਦੀ ਸਮਾਜ ਨੂੰ ਦੇਣ ਹੈ, ਉਹ ਆਪ ਜੀ ਦੇ ਸਾਹਮਣੇ ਲਿਆਉਣ ਦਾ ਨਿਮਾਣਾ ਜਿਹਾ ਯਤਨ ਕਰਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਗਾਡੀਗੜ੍ਹ ਦੇ ਵਿੱਚ, ਜਿੱਥੇ ਸਾਡੇ ਪਾਸ ਮੌਜੂਦ ਨੇ ਚੇਅਰਮੈਨ ਜਸਵੀਰ ਸਿੰਘ ਜੀ, ਜਿਹੜੇ ਕਿ ਯੂਨੀਕ ਪਬਲਿਕ ਹਾਇਰ ਸੈਕੰਡਰੀ ਸਕੂਲ ਦੇ ਚੇਅਰਮੈਨ ਵੀ ਨੇ। ਨਾਲ ਹੀ ਨਾਲ ਸਤਸੰਗਤ ਜੋ ਭਾਈ ਗੁਰਦਾਸ ਸੇਵਾ ਸੁਸਾਇਟੀ ਜਿਹੜੀ, ਜਿਨ੍ਹਾਂ ਨੇ ਬੜੀ ਕੁਝ ਕੁ ਦਿਨ ਪਹਿਲਾਂ ਜਿਹੜਾ ਸੀ ਇੱਕ ਸਮਰ ਕੈਂਪ ਆਰਗੇਨਾਈਜ਼ ਕੀਤਾ, ਜਿਹੜਾ 8 ਦਿਨ ਦਾ ਸਮਰ ਕੈਂਪ ਸੀ, ਜਿਹੜਾ ਸ਼ਾਇਦ ਜੰਮੂ ਕਸ਼ਮੀਰ ਦੀ ਧਰਤੀ ਦੇ ਵਿੱਚ ਇਹ ਇੱਕ ਪਹਿਲਾ ਪ੍ਰੋਗਰਾਮ ਸੀ, ਜਿਸ ਪ੍ਰੋਗਰਾਮ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਸੀ। ਕਿਉਂਕਿ ਜੇ ਅਸੀਂ ਪੁਰਾਤਨ ਆਪਣੇ ਵਿਰਸੇ ਨੂੰ ਵੇਖੀਏ ਜਾਂ ਸਿੱਖ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਰਾਜ ਸਮੇਂ ਨੂੰ ਵੇਖੀ, ਜੋ ਅਸਲ ਕੰਮ ਗੁਰੂ ਘਰਾਂ ਦਾ ਸੀ, ਗੁਰਦੁਆਰਿਆਂ ਦਾ ਸੀ, ਜਿਹੜੀਆਂ ਚੀਜ਼ਾਂ ਅੱਜ ਹੌਲੀ ਹੌਲੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਲੋਪ ਹੋ ਗਈਆਂ, ਪਰ ਬਾਕਮਾਲ ਇਹਨਾਂ ਦੀ ਦੂਰਅੰਦੇਸ਼ੀ ਕਿ ਇਹਨਾਂ ਨੇ ਉਸ ਚੀਜ਼ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਇੱਕ ਵਾਰ ਇਸ ਚੀਜ਼ ਨੂੰ ਜਿਹੜਾ ਸੀ ਸੰਗਤ ਦੇ ਸਾਹਮਣੇ ਪੇਸ਼ ਕੀਤਾ ਕਿ ਅਸਲ ਪ੍ਰੋਗਰਾਮ, ਅਸਲ ਕੰਮ ਗੁਰਦੁਆਰਿਆਂ ਦੇ ਕੀ ਨੇ। ਜਿੱਦਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਰਾਜ ਦੇ ਵਿੱਚ ਜਦੋਂ ਵੀ ਕਿਤੇ ਗੁਰਦੁਆਰਾ ਬਣਦਾ ਸੀ, ਸਭ ਤੋਂ ਪਹਿਲਾਂ ਲਿਖਤੀ ਤੌਰ 'ਤੇ ਇੱਕ ਚੀਜ਼ ਉੱਥੋਂ ਦੀ ਸੰਗਤ ਦਿੰਦੀ ਸੀ ਕਿ ਅਸੀਂ ਗੁਰਦੁਆਰੇ ਤੋਂ ਪਹਿਲਾਂ ਸਕੂਲ ਬਣਾਵਾਂਗੇ, ਦਵਾਖਾਨਾ ਗੁਰਦੁਆਰੇ ਤੋਂ ਪਹਿਲਾਂ ਬਣੇਗਾ, ਮੱਲ ਅਖਾੜਾ ਗੁਰਦੁਆਰੇ ਤੋਂ ਪਹਿਲਾਂ ਬਣੇਗਾ। ਇਹ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਨੇ ਇਹ ਵਿਰਸੇ ਦੇ ਵਿੱਚ ਸੀ। ਅੱਜ ਵੀ ਤੁਹਾਡੇ ਕੋਲ ਖਡੂਰ ਸਾਹਿਬ ਦੀ ਧਰਤੀ 'ਤੇ ਮੱਲ ਅਖਾੜੇ ਜਿਹੜੇ ਨੇ ਉਹ ਮੌਜੂਦ ਬਹੁਤ ਇਹੋ ਜਿਹੇ ਪ੍ਰੂਫ ਪਏ ਨੇ। ਸੋ ਖੈਰ, ਭਾਈ ਗੁਰਦਾਸ ਸੇਵਾ ਸੁਸਾਇਟੀ ਦੇ ਚੇਅਰਮੈਨ ਵੀਰ ਜਸਵੀਰ ਸਿੰਘ ਜੀ, ਜਿਨ੍ਹਾਂ ਦਾ ਯੋਗਾ ਉਪਰਾਲਾ ਜੰਮੂ ਦੇ ਵਿੱਚ ਪਹਿਲੀ ਵਾਰ ਸਮਰ ਕੈਂਪ ਆਰਗੇਨਾਈਜ਼ ਕੀਤਾ ਗਿਆ, ਜਿਹੜਾ 8 ਦਿਨ ਚੱਲਿਆ। ਸੋ ਇਸ ਸੰਬੰਧ ਦੇ ਵਿੱਚ ਵਿਚਾਰਾਂ ਕਰਨ ਲਈ ਅੱਜ ਵੀਰ ਜੀ ਦੇ ਆਫਿਸ ਦੇ ਵਿੱਚ ਅਸੀਂ ਪਹੁੰਚੇ ਹਾਂ। ਆਓ ਵਿਚਾਰਾਂ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਇਹ ਪ੍ਰੋਗਰਾਮ ਆਇਆ, ਕੀ ਕੀ ਕਠਿਨਾਈਆਂ ਆਈਆਂ। ਬਹੁਤ ਇੱਕ ਵੱਡਾ ਪ੍ਰੋਗਰਾਮ ਔਰ ਫਸਟ ਟਾਈਮ ਜਿਹੜਾ ਹੋ ਰਿਹਾ ਸੀ, ਸੰਗਤ ਮੈਨੇਜ, ਜਿਤਨੇ ਵੀ ਲੈਕਚਰਰ ਸੀ ਉਹਨਾਂ ਦਾ ਮੈਨੇਜ, ਹਰ ਇੱਕ ਚੀਜ਼ ਦਾ ਜਿਹੜਾ ਬੰਦੋਬਸਤ ਕਰਨਾ ਬੜਾ ਔਖਾ ਸੀ। ਇਸ ਸਾਰੇ ਸੰਬੰਧ ਵਿੱਚ ਵੀਰ ਜੀ ਨਾਲ ਵਿਚਾਰਾਂ ਕਰਦੇ ਹਾਂ। ਆਓ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਕੀਮਤੀ ਸਮਾਂ ਕੱਢਿਆ। ਸੋ ਸਭ ਤੋਂ ਪਹਿਲਾਂ ਤੁਸੀਂ ਸੰਗਤ ਦੇ ਨਾਲ ਫਤਿਹ ਜਿਹੜੀ ਉਹਨਾਂ ਦੀ ਸਾਂਝ ਪਾ ਲਓ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਸਭ ਤੋਂ ਪਹਿਲਾਂ ਜੋ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਪ੍ਰੋਗਰਾਮ ਲਿਖਿਆ, ਜੇ ਅਸੀਂ ਪੁਰਾਤਨ ਇਤਿਹਾਸ ਦੀ ਗੱਲ ਕਰੀਏ ਤੇ ਦੇਖੋ, ਗੁਰੂ ਨਾਨਕ ਸਾਹਿਬ ਦਾ ਸਿੱਖ ਜਿਸ ਕਿਸੇ ਥਾਂ ਦੇ ਵਿੱਚ, ਜਿਸ ਖੇਤਰ ਦੇ ਵਿੱਚ ਵੀ ਬੈਠਾ ਹੈ, ਹਰ ਵਕਤ ਉਹਦਾ ਦਿਲ ਧੜਕਦਾ ਹੈ ਵੀ ਮੈਂ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਜਾਂ ਗੁਰੂ ਨਾਨਕ ਦਾ ਸਿਧਾਂਤ ਹੀ ਜਾਂ ਸੱਭੇ ਸਾਂਝੀ ਵੱਲ ਸਿਧਾਇਨ ਵੀ ਕਿਸੇ ਨਾ ਕਿਸੇ ਢੰਗ ਨਾਲ ਇਸ ਮਨੁੱਖਤਾ ਦੇ ਭਲਾਈ ਦੇ ਵਿੱਚ ਕੋਈ ਯੋਗਦਾਨ ਪਾਵਾਂ। ਪਰ ਜੋ ਤੁਸੀਂ ਇਹ ਪ੍ਰੋਗਰਾਮ ਸਮਰ ਕੈਂਪ ਲਿਖਿਆ ਸੀ, ਇਹ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ? ਕਿਆ ਕੋਈ ਪੁਰਾਣੇ ਤੁਹਾਡੇ ਮਨ ਵਿੱਚ ਸੀ ਵੀ ਇੱਦਾਂ ਦਾ ਪ੍ਰੋਗਰਾਮ ਬਣਾਇਆ ਜਾਏ, ਜਾਂ ਸਤਿਗੁਰੂ ਜੀ ਦੀ ਕਲਾ ਵਾਪਰੀ ਵੀ ਤੁਹਾਡੇ ਨਾਲ ਸਾਰੇ ਮੈਂਬਰ ਬਣੇ? ਸੋ ਸੰਖੇਪ 'ਚ ਪਹਿਲਾਂ ਇਹਦੇ ਬਾਰੇ ਦੱਸੋ ਵੀ ਇਹ ਪ੍ਰੋਗਰਾਮ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ? ਵੀਰ ਜੀ, ਸਮਰ ਕੈਂਪ ਦੇ ਬਾਰੇ ਤੁਸੀਂ ਜਿਵੇਂ ਡਿਸਕਸ ਕੀਤਾ ਹੈ, ਮੈਂ ਇਹਦੇ ਥੋੜ੍ਹਾ ਜਿਹਾ ਤੁਹਾਨੂੰ ਡਿਟੇਲ ਵਿੱਚ ਦੱਸਣਾ ਚਾਹੁੰਦਾ। ਜੀ ਜੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲਈ ਸਾਡੇ ਭਾਈ ਗੁਰਦਾਸ ਸੇਵਾ ਸੁਸਾਇਟੀ ਵੱਲੋਂ ਵੀਰ ਰਾਜਿੰਦਰ ਸਿੰਘ ਜੀ, ਜਿਹੜੇ ਸਾਡੇ ਚੀਫ ਪੈਟਰਨ ਹਨ, ਔਰ ਵੀਰ ਉਪਕਾਰ ਸਿੰਘ ਜੀ, ਇਹ ਸਾਡੇ ਕਨਵੀਨੀਅਰ ਹਨ ਸੁਸਾਇਟੀ ਦੇ, ਸਕੂਲ ਆਏ, ਬੈਠ ਕੇ ਸ਼ਾਮ ਦੇ ਟਾਈਮ ਉਹਨਾਂ ਡਿਸਕਸ ਕੀਤਾ ਕਿ ਸਾਡੇ ਇਲਾਕੇ ਵਿੱਚ ਬੱਚੇ ਕਰੀਬ 1.5 ਸਾਲ ਤੋਂ ਸਕੂਲ ਨਹੀਂ ਗਏ। ਬਿਲਕੁਲ, ਕੋਵਿਡ ਕਰਕੇ। ਜੀ ਹਾਂ, ਕਾਰਨ ਇਹ ਸੀ ਕਿ ਕੋਵਿਡ ਦੀ ਇਨਵੋਲਵਮੈਂਟ ਹੋ ਗਈ ਪੂਰੀ ਤਰ੍ਹਾਂ ਸਾਰੇ ਸਮਾਜ ਵਿੱਚ, ਹਰ ਜਗ੍ਹਾ ਜੋ ਚੱਲ ਰਿਹਾ ਸੀ ਉਹ ਦੇਖਦੇ ਹੋਏ ਕਹਿਣ ਲੱਗੇ ਕਿ ਬੱਚੇ ਸਾਡੇ ਕੋਈ ਕਿਸੇ ਕੰਪੀਟੀਟਿਵ ਐਗਜ਼ਾਮ ਵਿੱਚ ਅਪੀਅਰ ਨਹੀਂ ਹੋ ਸਕਦੇ। ਬਿਲਕੁਲ। ਔਰ ਪੜ੍ਹਾਈਆਂ ਜਿਹੜੀਆਂ ਬਿਲਕੁਲ ਆਨਲਾਈਨ ਚੱਲਦੀਆਂ ਨੇ। ਜਿਹੜੀ ਪੜ੍ਹਾਈ ਅਸੀਂ ਸੁਣਦੇ ਸਾਂ ਕਿ ਫੋਰਨ ਵਿੱਚ ਆਨਲਾਈਨ ਪੜ੍ਹਾਈ ਹੋ ਰਹੀ ਹੈ, ਬਟ ਸਾਡੇ ਇੱਥੇ ਸਭ ਕੁਝ ਆਫਲਾਈਨ ਸੀ, ਚਾਹੇ ਕੋਚਿੰਗ ਸੈਂਟਰ ਸਨ, ਚਾਹੇ ਕਲਾਸ ਵਰਕ ਸੀ, ਸਕੂਲਾਂ ਵੀ ਚੱਲਦਾ ਸੀ।
ਕਹਿਣ ਲੱਗੇ ਕਿ ਬੱਚੇ ਬਿਲਕੁਲ ਟੋਟਲ ਅਵੇਅਰ ਹੋ ਗਏ ਨੇ, ਇਸ ਅਵੇਅਰਨੈਸ ਉਹਨਾਂ ਨੂੰ ਨਹੀਂ ਰਹੀ। ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਲਿਹਾਜ਼ਾ ਕਿਉਂ ਨਾ ਅਸੀਂ ਇੱਕ ਉਪਰਾਲਾ ਕਰੀਏ ਕਿ ਸਾਡੇ ਬੱਚੇ ਕੰਪੀਟੀਟਿਵ ਐਗਜ਼ਾਮ ਵਿੱਚ ਅਪੀਅਰ ਹੋਣ। ਉਹਨਾਂ ਦੀ ਉਸ ਵਾਸਤੇ ਕਿ ਬੱਚੇ ਸਾਡੇ ਉਹਨਾਂ ਨੂੰ ਇੱਕ ਕੈਂਪ ਆਰਗੇਨਾਈਜ਼ ਕੀਤਾ ਜਾਏ, ਜਿਹੜਾ ਕਿ ਕੰਪੀਟੀਟਿਵ ਐਗਜ਼ਾਮਸ ਮੈਡੀਸਨ ਦੇ ਬਾਰੇ ਦੱਸਿਆ ਜਾਏ, ਜੋ ਕੋਵਿਡ ਦੇ ਦਰਮਿਆਨ ਜੋ ਸਾਨੂੰ ਪ੍ਰੋਬਲਮ ਆਈ, ਔਰ ਉਸ ਤੋਂ ਇਲਾਵਾ ਸਪੋਰਟਸ ਐਕਟੀਵਿਟੀ ਬਾਰੇ ਬੱਚਿਆਂ ਨੂੰ ਡਿਸਕਸ ਕੀਤਾ ਜਾਏ ਹਰ ਇੱਕ ਫੀਲਡ ਵਿੱਚ। ਐਜੂਕੇਸ਼ਨ ਸੈਕਟਰ ਵਿੱਚ ਇੰਗਲਿਸ਼ ਸਪੀਕਿੰਗ ਕੋਰਸ ਜਿਹੜਾ ਹੈ ਬੱਚਿਆਂ ਨੂੰ ਸਾਨੂੰ ਇੱਕ ਬਹੁਤ ਬੜਾ ਬੈਨੀਫਿਟ ਹੈ ਇਸਦਾ, ਕਿਉਂਕਿ ਇਹ ਸਾਡੀ ਇੰਟਰਨੈਸ਼ਨਲ ਲੈਂਗੁਏਜ ਹੈ, ਉਹਦੇ ਉੱਪਰ ਵੀ ਅਸੀਂ ਫੋਕਸ ਕਰਨਾ ਹੈ। ਤੋ ਵੀਰ ਜੀ ਇਹਨਾਂ ਦੋਵਾਂ ਵੀਰਾਂ ਦੇ ਉਪਰਾਲੇ ਨਾਲ ਫਿਰ ਅਸੀਂ ਇੱਕ ਆਪਣਾ ਪ੍ਰੋਗਰਾਮ ਬਣਾਇਆ, ਚਾਰਟ ਆਊਟ ਕੀਤਾ, ਔਰ ਜਿਸ ਨੂੰ ਅਸੀਂ ਸ਼ੇਪ ਦਿੱਤੀ ਹੈ ਸਮਰ ਕੈਂਪ, ਜਿਹੜਾ ਕਿ 1 ਅਗਸਤ ਤੋਂ ਲੈ ਕੇ 8 ਅਗਸਤ ਤੱਕ ਆਏ। ਉਹਨਾਂ ਵਿੱਚ ਡਿਫਰੈਂਟ ਡਾਕਟਰਸ, ਐਜੂਕੇਸ਼ਨਿਸਟ, ਜਿਹੜੇ ਸਾਡੇ ਕਮਿਊਨਿਟੀ ਦੇ ਆਫੀਸਰ ਸਨ ਜੀ, ਡਿਫਰੈਂਟ ਡਿਪਾਰਟਮੈਂਟਸ 'ਚੋਂ ਉਹਨਾਂ ਨੂੰ ਵੀ ਲਿਆ ਗਿਆ, ਇੰਟੈਲੈਕਚੁਅਲ ਨੂੰ ਵੀ ਲਿਆ ਗਿਆ, ਔਰ ਡੇਲੀ ਸਾਡੇ ਟੱਚ ਕੀਤਾ ਹਰ ਇੱਕ ਚੀਜ਼। ਬਿਲਕੁਲ 4:30 ਤੋਂ ਲੈ ਕੇ 7:30 ਵਜੇ ਤੱਕ ਸਾਡਾ ਇਹ ਕੈਂਪ ਚੱਲਿਆ। ਅੱਛਾ ਵੀਰ ਜੀ, ਬਾ ਕਮਾਲ ਚੀਜ਼ ਸੀ, ਇੱਕ ਤੇ ਫਸਟ ਟਾਈਮ ਹੋ ਰਿਹਾ, ਇਸ ਤੋਂ ਪਹਿਲਾਂ ਕਦੇ ਨਹੀਂ ਜੀ। ਇੱਕ ਕੋਈ ਪ੍ਰੋਗਰਾਮ ਜਿਹੜਾ ਪਿੱਛੋਂ ਚੱਲਦਾ ਆਇਆ ਹੋਵੇ, ਇੱਕ ਕਨਸੈਪਟ ਬਣਿਆ ਹੁੰਦਾ ਵੀ ਇੱਦਾਂ, ਇੱਕ ਤੁਹਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ, ਫਸਟ ਟਾਈਮ ਹੈ। ਦੂਜਾ ਨੰਬਰ, ਜਿਨ੍ਹਾਂ ਲੋਕਾਂ ਤੱਕ ਤੁਸੀਂ DC KS ਆਫੀਸਰ ਉਹਦੇ ਵਿੱਚ ਆਏ ਨੇ, ਡਾਕਟਰ ਸਾਹਿਬਾਨ ਆਏ ਨੇ, ZEO ਨੇ, ਕੋਈ ਮਤਲਬ ਕਿ ਇੱਕ ਸਮਾਜ ਦੇ ਵਿੱਚ ਇੱਕ ਉਹ ਚਿਹਰੇ ਤੁਸੀਂ ਲੈ ਕੇ ਆਏ ਹੋ, ਇਹਨਾਂ ਸਾਰੇ ਲੋਕਾਂ ਤੱਕ ਪਹੁੰਚ ਕਰਨੀ, ਜਾਂ ਕਿਆ ਇਹਨਾਂ ਲੋਕਾਂ ਨੇ ਤੁਹਾਡੀ ਕਿਸ ਤਰ੍ਹਾਂ ਮਤਲਬ ਕਿ ਇਹ ਗੱਲ ਮੰਨ ਕੇ ਆਏ, ਜਾਂ ਇਹਨਾਂ ਨੂੰ ਫੋਰਸ ਕਰਨਾ ਪਿਆ, ਜਾਂ ਕਿੱਦਾਂ ਦਾ ਮਤਲਬ ਇਹਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਆਈ ਇਹਨਾਂ ਨੂੰ ਲਿਆਉਣ ਵਾਸਤੇ? ਨਹੀਂ ਵੀਰ ਜੀ, ਇੱਕ ਬੜੀ ਮੁਬਾਰਕ ਵਾਲੀ ਗੱਲ ਹੈ ਕਿ ਜਿਸ ਵਕਤ ਸਾਡੇ ਮਾਈਂਡ ਵਿੱਚ ਇੱਕ ਸਾਡਾ ਮਾਈਂਡ ਸੈਟ ਬਣਿਆ ਕਿ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕਰਨਾ ਚਾਹੁੰਦੇ ਹਾਂ, ਜਿਸ ਵੀਰ ਕੋਲ ਵੀ, ਜਿਸ ਆਫੀਸਰ ਸਾਹਿਬਾਨ ਕੋਲ ਜਾਂ ਇੰਟੈਲੈਕਚੁਅਲ ਕੋਲ ਅਸੀਂ ਗਏ ਹਾਂ, ਸਾਨੂੰ ਇਸ ਉਪਰਾਲੇ ਦੀ ਕਰਕੇ ਕਿਸੇ ਨੇ ਵੀ ਮਨਾ ਨਹੀਂ ਕੀਤੀ। ਅੱਛਾ, ਹਰ ਇੱਕ ਨੇ ਐਪਰੀਸ਼ੀਏਟ ਬਿਲਕੁਲ, ਉਹਨਾਂ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਇਆ। ਅੱਛਾ, ਜਿਸ ਵਜ੍ਹਾ ਕਰਕੇ ਸਾਡਾ ਇਹ ਪ੍ਰੋਗਰਾਮ ਬੜਾ ਸਕਸੈਸਫੁਲ ਪ੍ਰੋਗਰਾਮ ਰਿਹਾ, ਔਰ डिफरेंट डिपार्टमेंट्स के तरफों जस्ट लाइक डॉक्टर्स KS ऑफिसर्स और एजुकेशनिस्ट नाल असी कहिए कि इलाके के जितने भी सन पतवंते आदमी, बिल्कुल जिन्हें भी जड़े भी जिम्मेवार रिस्पॉन्सिबल जितने भी सन, सब ने उत्थे पार्टिसिपेट किया। खास करके साढ़े वीर मनमोहन सिंह, उन्होंने बड़ा बड़ा उपराला है जी। उन्होंने अपने उन्होंने जो चैनल है आई एम मल्टीमीडिया US चैनल, उन्होंने बिल्कुल 1 तरीक तो लैके 8 तरीक तक निष्काम सेवा की है, और फुल टाइम उन्हें अपना दिता है, जिस उन्होंने फेसबुक आई एम मल्टीमीडिया US एंड YouTube मल्टीमीडिया US उन्हें बिल्कुल। और मैं एक बड़ी मुबारक देना कि उन्हें इस तरह का उपराला किया, और साढ़े घर घर में संदेशा गया। और मैं एक होर कहांगा कि हर साढ़े ਜਿਹੜੇ ਜ਼ਿੰਮੇਵਾਰ ਲੋਕ ਨੇ, ਜਾਂ ਮੈਂ ਇਹ ਗੱਲ ਕਹਾਂਗਾ ਕਿ ਜਿਤਨੇ ਵੀ ਜਿਨ੍ਹਾਂ ਇਹਨਾਂ ਪ੍ਰੋਗਰਾਮ ਦੇਖਿਆ, ਇਸ ਚੈਨਲ ਨੂੰ ਸਬਸਕ੍ਰਾਈਬ ਕਰਨ, ਤਾਂ ਕਿ ਸਾਡਾ ਇਹ ਚੈਨਲ ਵੀ ਚੜ੍ਹਦੀ ਕਲਾ ਵਿੱਚ ਰਹੇ। ਅੱਛਾ ਵੀਰ ਜੀ, ਨੈਕਸਟ ਜਿੱਥੇ ਤੁਹਾਡਾ ਉਹਨਾਂ ਲੋਕਾਂ ਨੇ ਸਾਰਿਆਂ ਨੇ ਬੜਾ ਤੁਹਾਨੂੰ ਸਾਥ ਦਿੱਤਾ ਜੀ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹਦੀ ਜਿਹੜੀ ਆਊਟਪੁੱਟ ਰਿਜ਼ਲਟ ਦੇਖਿਆ ਜਾਏ, ਉਹ ਹਰ ਇੱਕ ਦੀ ਜ਼ੁਬਾਨ ਦੇ ਵਿੱਚ ਸੀ ਕਿ ਬਾਕਮਾਲ ਹਰ ਇੱਕ ਗੁਰੂ ਘਰ 'ਚ ਹੋਣਾ ਚਾਹੀਦਾ। ਦੇਖੋ ਤੁਸੀਂ ਜੇ ਡਾਕਟਰਸ ਦੀ ਗੱਲ ਕਰੀਏ, ਐਟ ਪ੍ਰੈਜ਼ੈਂਟ ਜਿਹੜੀ ਕੋਵਿਡ ਦੀ ਮਹਾਂਮਾਰੀ ਚੱਲ ਰਹੀ ਹੈ, ਇਹਦੇ ਵਿੱਚ ਲੋਕਾਂ ਨੇ ਇੱਕ ਬਿਜ਼ਨਸ ਬਣਾ ਲਿਆ, ਹਾਂਜੀ। ਉਸ ਜਿਹੜਾ ਤੁਹਾਡਾ 8 ਦਿਨ ਦੇ ਇਸ ਪ੍ਰੋਗਰਾਮ ਵਿੱਚ ਡਾਕਟਰਾਂ ਵੱਲੋਂ ਪ੍ਰੋਪਰ ਗਾਈਡ ਕੀਤਾ ਗਿਆ, ਬਾਕਮਾਲ। ਤੁਸੀਂ ਕੀ ਚਾਹੁੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੋਵੇਗਾ ਵੀ ਕਿਆ ਡਾਕਟਰ ਸਟੇਜ ਦੇ ਉੱਤੇ ਹੀ ਖਾਲੀ ਬੋਲਣਗੇ, ਜਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਵੀ, ਮਤਲਬ ਤੁਹਾਡਾ ਕਿਆ ਇੱਕ ਡਾਕਟਰ ਨੂੰ ਬਣਦਾ ਕਿ ਅਗਰ ਉਹ ਆਪਣਾ ਪ੍ਰੈਕਟੀਕਲੀ ਵੀ ਸਮਾਂ ਕੱਢੇ, ਥੋੜ੍ਹਾ ਜਿਹਾ ਸਮੇਂ ਦਾ ਦਸਵੰਧ ਕੱਢੇ, ਤੇ ਕਿਆ ਇਹ ਪ੍ਰੋਗਰਾਮ ਹੋਰ ਵਧੀਆ ਸਫਲ ਹੋ ਸਕਦਾ ਕਿ ਨਹੀਂ? बिल्कुल सर, जिथे तक तुसां डॉक्टर्स का जिक्र किया है, डॉक्टर साहबान ने इतनी कोऑपरेशन दी है सानू, बल्कि उन्होंने बच्चों को गाइड किया है, और सबजैक्ट वाइज मीनस लाइक आर्थो, फिजिशियन, फिजियोथेरापी, हर चीज़ के बारे उन्होंने डिटेल दसी है सानू। और उस तो इलावा उन्होंने अपनी तरफों बच्चों को साढ़े ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਜਾਂ ਸਾਡੇ ਨੌਜਵਾਨ ਵੀਰਾਂ ਵਾਸਤੇ ਉਹਨਾਂ ਮੈਡੀਸਨ ਵਗੈਰਾ ਵੀ ਦਿੱਤੀ ਹੈ।
ਬਿਲਕੁਲ ਇਹ ਬਹੁਤ ਵੱਡਾ ਉਪਰਾਲਾ ਸੀ ਉਹਨਾਂ ਨੂੰ ਕਿ ਟਾਈਮ ਕੱਢਣ ਦੇ ਨਾਲ ਨਾਲ ਜੀ। ਉਹਨਾਂ ਮੈਡੀਸਨ ਵੀ ਸਾਨੂੰ ਦਿੱਤੀ ਹੈ ਜੀ। ਤੇ ਇਮਿਊਨ ਬੂਸਟਰ ਤਾਂ ਜੀ, ਤਾਂ ਕਿ ਸਾਡੇ ਬਜ਼ੁਰਗਾਂ ਨੂੰ ਕੋਵਿਡ ਦੇ ਦਰਮਿਆਨ ਜਿਨ੍ਹਾਂ ਨੂੰ ਵੀ ਮੈਡੀਸਨ ਦੀ ਜ਼ਰੂਰਤ ਹੈ ਜੀ ਹਾਂ, ਤੇ ਉਹਨਾਂ ਇਹ ਵੀ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ। ਮਤਲਬ ਅਗਰ ਇਹ ਸਵੇਰੇ ਮੇਰੇ ਕਹਿਣ ਦਾ ਮੇਰਾ ਭਾਵ ਕਿ ਜੇ ਕਿਤੇ ਇੱਕ ਡਾਕਟਰ, ਇੱਕ ਸਿੱਖ ਡਾਕਟਰ ਹਰ ਰੋਜ਼ ਉਹ ਕਲੀਨਿਕ 'ਚ ਵੀ ਜਾਂਦਾ, ਉਹ ਪ੍ਰਾਈਵੇਟ ਸੈਕਟਰ 'ਚ ਵੀ ਹੈ। ਦੇਖੋ ਇੱਕ ਆਮ ਅੱਜ ਸਮਾਜ ਦੇ ਵਿੱਚ ਮੇਰਾ ਜਿਹੜਾ ਧਾਰਮਿਕ ਪੱਖ ਹੈ ਕਿ ਬਈ ਗੁਰੂ ਘਰਾਂ ਦੇ ਵਿੱਚ ਮੈਂ ਕਹਾਂਗਾ ਵੀ ਸੰਗਤ ਘੱਟ ਹੈ, ਤੇ ਹਰ ਰੋਜ਼ ਇੱਕ ਆਮ ਸਮੱਸਿਆ ਹੈ ਵੀ ਅੱਜ ਡਾਇਬੀਟੀਜ਼ ਦਾ ਪੇਸ਼ੈਂਟ ਹੈ। ਜੇ ਕਿਤੇ ਸਾਡਾ ਇਹ ਡਾਕਟਰ ਜਿਹੜਾ ਹੈ ਉਹ ਕਿਤੇ ਥੋੜ੍ਹਾ ਸਮਾਂ ਕੱਢ ਕੇ, ਜਾਂ ਇੱਕ ਲੈਬ ਟੈਕਨੀਸ਼ੀਅਨ ਗੁਰੂ ਘਰਾਂ ਦੇ ਵਿੱਚ ਸਵੇਰੇ ਅੱਧਾ ਘੰਟਾ ਸਮਾਂ ਕੱਢੇ, ਬਈ ਇੱਥੇ ਮੈਂ ਰੈਪਿਡ ਟੈਸਟ ਕਰਾਂਗਾ ਜਿਹੜਾ ਹੈ ਡਾਇਬੀਟੀਜ਼ ਦੇ, ਜਾਂ BP ਚੈੱਕ ਕਰਾਂਗਾ, ਤੇ ਤੁਹਾਨੂੰ ਨਹੀਂ ਲੱਗਦਾ ਕਿ ਵੀ ਉਹ ਵੀ ਇੱਕ ਬਹੁਤ ਵੱਡੀ ਸੇਵਾ ਇਸ ਢੰਗ ਨਾਲ ਕੀਤੀ ਜਾ ਸਕਦੀ ਹੈ? ਵੀਰ ਜੀ, ਇਸ ਪਰਟੇਨਿੰਗ ਮੈਂ ਤੁਹਾਡੇ ਨਾਲ ਇੱਕ ਸਪੈਸ਼ਲ ਜ਼ਿਕਰ ਕਰਾਂਗਾ ਕਿ ਗੱਲ ਉਪਰਾਲੇ ਦੀ ਹੈ ਜੀ। ਸਾਨੂੰ ਇਤਨੀ ਬੜੀ ਐਨਕਰੇਜਮੈਂਟ ਮਿਲੀ ਹੈ ਇਸ ਵਿੱਚ ਕਿ ਹਰ ਆਦਮੀ ਜਿਨ੍ਹਾਂ ਦੇ ਦਿਲ ਵਿੱਚ ਸਮਾਜ, ਸੋਸਾਇਟੀ ਜਾਂ ਕਮਿਊਨਿਟੀ ਵਾਸਤੇ ਥੋੜੀ ਜਿਹੀ ਵੀ ਜਗ੍ਹਾ ਹੈ, ਉਹ ਲੋਕ ਕਰ ਰਹੇ ਨੇ ਜੀ। ਔਰ ਇਤਨਾ ਜ਼ਿਆਦਾ ਉਹਨਾਂ ਇੰਟਰਸਟ ਲਿਆ ਕਿ ਸਾਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਸਾਡੇ ਸਮਾਜ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਸਾਡੇ ਵਿੱਚ ਕਮੀ ਹੈ ਜੀ। ਅਗਰ ਅਸੀਂ ਅੱਛੇ ਢੰਗ ਨਾਲ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰੀਏ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਬਾਹਰੋਂ ਅਸਿਸਟੈਂਸ ਮਿਲੇਗੀ, ਬਾਹਰੋਂ ਹੈਲਪ ਮਿਲਦੀ, ਉਸ ਦੀ ਕੋਈ ਕਮੀ ਨਹੀਂ ਹੈ। ਸਾਡਾ ਹਰ ਸਾਥੀ, ਹਰ ਵੀਰ ਵੱਧ ਚੜ ਕੇ ਆਪਣਾ ਫਿਜ਼ੀਕਲੀ ਹਿੱਸਾ ਵੀ ਪਾਏਗਾ, ਔਰ ਨਾਲ ਨਾਲ ਜਿਸ ਤਰ੍ਹਾਂ ਜੇ ਤੁਸੀਂ ਟੈਸਟ ਵਾਲੀ ਗੱਲ ਕੀਤੀ ਹੈ ਉਹ ਵੀ ਕਰਨ ਵਾਸਤੇ ਤਿਆਰ ਹੈ। ਥੋੜਾ ਜਿਹਾ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰਨ ਦੀ ਬਿਲਕੁਲ। ਲੋੜ ਹੈ ਥੋੜ੍ਹੀ ਜਿਹੀ। ਅੱਛਾ ਵੀਰ ਜੀ, ਇੱਕ ਬਾਕਮਾਲ ਇਸ ਤੁਹਾਡੇ ਪ੍ਰੋਗਰਾਮ 'ਚੋਂ ਚੀਜ਼ ਨਿਕਲ ਕੇ ਆਈ, ਅੱਜ ਤੋਂ ਦੇ 20 ਸਾਲ 25 ਸਾਲ ਪਹਿਲਾਂ, 30 ਸਾਲ ਪਹਿਲਾਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਨੌਜਵਾਨ ਕੋਲ, ਬੱਚਾ ਜਾਂ ਬੱਚੀ ਕੋਲ ਬੈਠੀ, ਤੇ ਅਸੀਂ ਕਿਸੇ ਨੂੰ ਸਵਾਲ ਪੁੱਛੀ ਵੀ ਬੇਟਾ ਤੁਸੀਂ ਵੱਡੇ ਹੋ ਕੀ ਬਣੋਗੇ, ਲੋਕ ਕੋਈ ਕਹਿੰਦਾ ਸੀ ਡਾਕਟਰ, ਕੋਈ ਇੰਜੀਨੀਅਰ। ਅੱਜ ਉਹ ਸਿਸਟਮ ਕਿਤੇ ਲੋਪ ਹੋ ਗਿਆ, ਹਰ ਇੱਕ ਦੀ ਜ਼ੁਬਾਨ 'ਚ ਹੈ ਜੀ ਆਈਲੈਟਸ ਕਰਕੇ ਬਾਹਰ। ਔਰ ਪੁਰਾਣੇ ਸਮਿਆਂ 'ਚ ਸਾਡੇ ਚੰਗੀ ਗੱਲ ਹੈ, ਸਾਡੇ ਬਜ਼ੁਰਗ ਵੀ ਜਾਂਦੇ ਰਹੇ ਨੇ, ਪਰ ਉਹਨਾਂ ਦੀ ਕੋਈ ਇੱਕ ਮੰਜ਼ਿਲ ਸੀ, ਇੱਕ ਟਾਰਗੇਟ ਸੀ ਵੀ ਅਸੀਂ ਪੜ੍ਹ ਲਿਖ ਕੇ ਜਦ ਚੰਗੀ ਵਿੱਦਿਆ ਹਾਸਲ ਕਰਨ ਵਾਸਤੇ ਜਾਵਾਂਗੇ। ਉੱਥੇ ਵਿੱਦਿਆ ਹਾਸਲ ਕਰਦੇ ਸਨ, ਸਮਾਜ 'ਚ ਆ ਕੇ ਇੱਥੇ ਉਹ ਚੰਗੇ ਰੁਤਬੇ ਦੇ ਵਿੱਚੋਂ ਲੋਕੀ ਪਹੁੰਚੇ। ਪਰ ਅੱਜ ਸਾਡੀ ਦੌੜ ਇੱਥੋਂ ਤੱਕ ਲੈ ਗਈ ਹੈ ਵੀ ਜਿੰਨੀ ਸਾਡੀ ਕਰੀਮ ਹੈ ਉਹ ਬਾਹਰ ਜਾ ਕੇ ਦਿਹਾੜੀਆਂ ਲਾ ਰਹੀ ਹੈ, ਟਰੱਕ ਚਲਾ ਰਹੀ ਹੈ, ਤੇ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਹੈ ਵੀ ਸ਼ਾਇਦ ਇੱਥੇ ਕੁਛ ਉਹ ਸਕੋਪ ਨਹੀਂ ਹੈਗਾ। ਪਰ ਤੁਹਾਡੇ ਇਸ ਪ੍ਰੋਗਰਾਮ 'ਚ ਇੱਕ ਚੀਜ਼ ਬਾਕਮਾਲ ਦੇਖੀ, DC ਸਾਡੀ ਕਮਿਊਨਿਟੀ ਦੇ ਨੇ, ਠੀਕ ਹੈ ਜੀ, SDM ਸਾਡੀ ਕਮਿਊਨਿਟੀ ਦੇ ਨੇ ਜੀ, ਪੁਲਿਸ ਆਫੀਸਰ ਸਾਡੇ ਕਮਿਊਨਿਟੀ ਦੇ ਨੇ, ਲੈਕਚਰਰ ਜਿਹੜੇ ਨੇ ਤੁਹਾਡੇ ਲੰਡਨ ਯੂਨੀਵਰਸਿਟੀ ਦੇ ਵਿੱਚ ਸਾਡੇ ਕਮਿਊਨਿਟੀ ਦੇ ਨੇ। ਵੀ ਤੁਹਾਨੂੰ ਕੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਅਸੀਂ ਮਾਇਆ ਦੇ ਡਾਲਰਾਂ ਦੇ ਚੱਕਰਾਂ ਵਿੱਚ ਆਪਣੀ ਜਨਰੇਸ਼ਨ ਜਿਹੜੀ ਹੈ ਉਹਦੇ ਨਾਲ ਕਿਤੇ ਕੋਈ ਨਾਇਨਸਾਫੀ ਤਾਂ ਨਹੀਂ ਕਰ ਰਹੇ ਵੀ ਅਸੀਂ ਡਾਲਰ ਕਮਾਉਣ ਦੇ ਚੱਕਰਾਂ 'ਚ ਉਹਨਾਂ ਨੂੰ ਬਾਹਰ ਭੇਜਣ ਦੇ ਚੱਕਰਾਂ 'ਚ ਆਪਣਾ ਫਿਊਚਰ ਤਾਂ ਨਹੀਂ ਖਤਮ ਕਰ ਰਹੇ? ਵੀ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਕੀ ਹੈ, ਵੀ ਇੱਥੇ ਸਕੋਪ ਨਹੀਂ ਹੈਗਾ ਜਾਂ ਕਿਤੇ ਨਾ ਕਿਤੇ ਬਹਾਨਾ ਹੈ? ਵੀਰ ਜੀ, ਜਿਹੜਾ ਤੁਸੀਂ ਬਹੁਤ ਵੱਡਾ ਔਰ ਬੜਾ ਕੀਮਤੀ ਸਵਾਲ ਹੈ ਜਿਹੜਾ ਤੁਸੀਂ ਕੀਤਾ ਹੈ, ਇਹਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਕਿਤੇ ਨਾ ਕਿਤੇ ਸਾਡੇ ਬੱਚਿਆਂ ਵਿੱਚ ਜਾਂ ਸਾਡੇ ਪੇਰੈਂਟਸ ਵਿੱਚ ਸੈਲਫ ਕੌਨਫੀਡੈਂਸ ਨਹੀਂ ਰਿਹਾ। ਉਹ ਨਹੀਂ। ਅਗਰ ਪੜ੍ਹਾਈ ਕਰ ਰਹੇ ਹਾਂ ਤੇ ਮਨ ਨਾਲ ਪੜ੍ਹਾਈ ਕਰ ਰਹੇ ਹਾਂ, ਅੱਛੀ ਪਰਸੈਂਟੇਜ ਲੈ ਰਹੇ ਹਾਂ, ਅੱਜ ਉਹ ਵਕਤ ਨਹੀਂ ਹੈ। ਅੱਜ ਦਾ ਜਿਹੜਾ ਵਕਤ ਹੈ, ਇਸ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਸਾਨੂੰ ਬੜੇ ਅੱਛੇ ਇੰਸਟੀਟਿਊਸ਼ਨਸ ਹਨ, ਬਿਲਕੁਲ ਕੋਚਿੰਗ ਸੈਂਟਰ ਹਨ, ਔਰ ਪਰਮਾਤਮਾ ਦੀ ਮਿਹਰ ਨਾਲ ਹਰ ਫੈਮਿਲੀ ਦਾ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਉਹ ਵੀ ਬਹੁਤ ਅੱਛਾ ਹੈ। ਫਾਈਨੈਂਸ਼ੀਅਲੀ ਵੀ ਕੋਈ ਕਮੀ ਨਹੀਂ ਹੈ। ਕਮੀ ਹੈ ਸਿਰਫ ਮੋਟੀਵੇਸ਼ਨ ਦੀ, ਜਿਹੜੇ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਟੀਵੇਟ ਨਹੀਂ ਕਰ ਸਕੇ। ਬਿਲਕੁਲ। ਮੇਰਾ ਇਹ ਮੰਨਣਾ ਹੈ ਕਿ ਲਾਈਨ ਕੋਈ ਵੀ ਹੋਏ ਜੀ, ਚਾਹੇ KS ਆਫਿਸਰਸ ਹਨ, ਚਾਹੇ ਤਹਿਸੀਲਦਾਰ ਹਨ, ਚਾਹੇ ਪੁਲਿਸ ਡਿਪਾਰਟਮੈਂਟ ਹੈ, ਚਾਹੇ ਐਜੂਕੇਸ਼ਨ ਹੈ, ਚਾਹੇ ਐਗਰੀਕਲਚਰ ਹੈ, ਜੋ ਵੀ ਡਿਪਾਰਟਮੈਂਟ ਹੈ, ਅਗਰ ਬੱਚਾ ਸਾਡੇ ਮਨ ਨਾਲ ਸਾਡੇ ਬੱਚੇ ਪੜ੍ਹਾਈ ਕਰਨਗੇ, ਬੱਚੇ ਇੰਟਰਸਟ ਲੈਣਗੇ ਆਪਣੀ ਪੜ੍ਹਾਈ ਵੱਲ, ਤਾਂ ਮੈਂ ਇਹ ਮਹਿਸੂਸ ਕਰਦਾ ਐਸਾ ਨਹੀਂ ਹੈ। ਪੋਸਟਾਂ ਇੱਥੇ ਵੀ ਹਨ, ਇੱਥੇ ਵੀ ਹੈਗੀ, ਬਿਲਕੁਲ ਹੈ ਨੇ ਇੱਥੇ। ਔਰ ਅਸੀਂ ਦੇਖਦੇ ਹਾਂ, ਤੁਸੀਂ ਯਕੀਨ ਮੰਨੋਗੇ ਕਿ ਅੱਜ ਤੱਕ ਜਿੱਥੇ ਵੀ ਅਸੀਂ ਆਪਣੇ ਇਲਾਕੇ ਵਿੱਚ ਨਜ਼ਰ ਮਾਰੀ ਹੈ ਨਾ, ਤਾਂ ਜ਼ਿਆਦਾਤਰ ਬੱਚੇ ਜਿਹੜੇ ਹਨ ਗਰੀਬ ਘਰਾਂ ਚੋਂ ਨਿਕਲੇ ਨੇ। ਗਰੀਬ ਘਰਾਂ ਦੇ, ਚਾਹੇ ਉਹ ਸਿਟੀ ਵਿੱਚ ਜਾ ਕੇ ਉਸ ਤੋਂ ਬਾਅਦ ਉਹਨਾਂ ਆਪਣੇ ਆਪ ਨੂੰ ਐਡਜਸਟ ਕਰ ਲਿਆ। ਲੇਕਿਨ ਮੈਂ ਇਹ ਨਹੀਂ ਕਹਾਂਗਾ ਕਿ ਵੱਡਿਆਂ ਘਰਾਂ ਚੋਂ ਨਹੀਂ ਨਿਕਲਦੇ, ਬਟ ਕਿਉਂਕਿ ਗਰੀਬ ਘਰ ਦੇ ਬੱਚੇ 'ਚ ਇੱਕ ਜਨੂਨ ਹੁੰਦਾ, ਇੱਕ ਪੈਸ਼ਨ ਹੁੰਦਾ, ਉਹ ਉਸ ਚੀਜ਼ ਨੂੰ ਅਸਾਂ ਡਿਵੈਲਪ ਕਰਨਾ ਹੈ। ਔਰ ਇਹੀ ਬੱਚੇ ਸਾਡੇ ਛੱਡਤੀ
ਤੁਸੀਂ ਦੇਖੋ ਵੀਰ ਜੀ, ਮੈਂ 750 ਇੰਟਰਵਿਊ ਕੀਤਾ ਹੈ 1947 ਦੇ ਰਿਫਿਊਜੀਜ਼ ਦਾ, ਜਿਨ੍ਹਾਂ ਦੀ ਏਜ 85 ਤੋਂ ਪਲੱਸ ਸੀ। ਓਕੇ। ਉਹ ਭੋਰ ਕੈਂਪ ਦੇ ਵਿੱਚ ਰਹਿਣ ਵਾਲਾ ਜਿਹੜਾ ਹੈ ਉਹ ਬਜ਼ੁਰਗ ਕਹਿੰਦਾ ਕਿ ਮੈਂ ਪੱਕੇ ਡੰਗੇ ਪੜਨ ਵਾਸਤੇ ਪੈਦਲ ਜਾਂਦਾ ਸੀ। ਦੇਖੋ, ਜੇ ਅਸੀਂ ਕਹਿੰਦੇ ਹਾਂ ਵੀ ਅੱਜ ਕੰਪੀਟੀਸ਼ਨ ਬੜਾ, ਮੈਂ ਕਹਿੰਦਾ ਕੰਪੀਟੀਸ਼ਨ ਤੇ ਉਹ ਸੀ ਵੀ ਭੋਰ ਕੈਂਪੋਂ ਚੱਲ ਕੇ ਪੱਕੇ ਡੰਗੇ। ਸਿੰਬਲ ਕੈਂਪ ਵਾਲਾ ਰਹਿਣ ਵਾਲਾ ਕਹਿੰਦਾ ਜੀ ਮੈਂ ਨਵੇਂ ਸ਼ਹਿਰ ਪੈਦਲ ਚੱਲ ਕੇ ਜਾਂਦਾ ਸਾਂ। ਸਾਡੇ ਬਜ਼ੁਰਗਾਂ ਦੇ ਵੇਲੇ ਅੱਜ ਕਿੰਨਾ ਵੱਡਾ ਸਾਧਨ ਹੈ ਤੁਹਾਡੇ ਕੋਲ ਜੀ। ਪਹਿਲਾਂ ਤੁਹਾਨੂੰ ਕੋਈ ਚੀਜ਼ ਲੱਭਣੀ ਹੈ, ਤੁਹਾਨੂੰ ਲੈਬ ਦੇ ਵਿੱਚ ਜਾ ਕੇ ਪਹਿਲਾਂ ਕੋਈ ਬੁੱਕਸ ਲੱਭਣੀ ਜਾਂ ਡਿਕਸ਼ਨਰੀ ਵਿੱਚੋਂ ਲੱਭੋਗੇ। ਅੱਜ ਤੁਹਾਡੇ ਕੋਲ ਇੰਟਰਨੈਟ ਦਾ ਸਮਾਂ ਹੈ, ਜਿੰਨਾ ਕੰਪੀਟੀਸ਼ਨ ਵਧਿਆ ਉਨੀ ਫੈਸਿਲਿਟੀ ਵੀ ਤੇ ਸਾਡੇ ਕੋਲ ਆਈ ਹੈ। ਅੱਜ ਤੁਹਾਡੇ ਕੋਲ ਦੇਖੋ ਨਾ, ਕੋਚਿੰਗ ਸੈਂਟਰ ਪਹਿਲਾਂ ਕਿੱਥੇ ਸੀ, ਸਭ ਕੁਝ ਹੈਗਾ। ਜਾਨੀ ਕਿਤੇ ਕਹਿਣ ਦਾ ਭਾਵ ਇਹ ਹੈ ਵੀ ਠੀਕ ਹੈ, ਸਾਡਾ ਬੱਚਾ ਪੜ੍ਹ ਲਿਖ ਕੇ ਚੰਗੇ ਜਾਂ ਵਿੱਦਿਆ ਹਾਸਲ ਕਰਨ ਵਾਸਤੇ ਜਾਏ ਜਾਂ ਚੰਗੇ ਰੁਤਬੇ ਵਿੱਚ ਜਾਏ। ਜਿੱਦਾਂ ਉਹ ਇਸ ਤੁਹਾਡੇ ਪ੍ਰੋਗਰਾਮ ਦੇ ਵਿੱਚ ਲੰਡਨ ਦੇ ਵਿੱਚ ਵੀਰ ਜੀ ਪ੍ਰੋਫੈਸਰ ਨੇ ਤੇ ਉਹ ਵੀਰ ਜੀ ਆਏ ਨੇ, ਇਦਾਂ ਦਾ ਹੋਵੇ। ਅਸੀਂ ਇਹ ਨਾ ਕਰੀਏ ਵੀ ਆਉਣ ਵਾਲੇ ਸਮੇਂ ਤੇ ਜਿਹੜੀ ਗੱਲ ਸਰਦਾਰ ਕਪੂਰ ਸਿੰਘ ICS ਨੇ ਕਹੀ ਸੀ ਵੀ ਆਉਣ ਵਾਲੇ ਸਮੇਂ ਤੇ ਜੇ ਇਸੇ ਤਰ੍ਹਾਂ ਸਿੱਖਾਂ ਦੀ ਦੌੜ ਇਸ ਚੱਕਰ 'ਚ ਰਹੀ ਤੇ ਫਿਰ ਤੁਹਾਨੂੰ ਸਿੱਖ ਜਿਹੜੇ ਨੇ 3 ਜਗ੍ਹਾ ਨਜ਼ਰ ਆਉਣਗੇ। ਸਰਦਾਰ ਕਪੂਰ ਸਿੰਘ ਡਿਪਟੀ ਜਿਹੜਾ ਚੀਫ ਸੈਕਟਰੀ ਸੀ ਉਸ ਵਕਤ ਹੁਸ਼ਿਆਰਪੁਰ ਦੇ, ਉਹਨਾਂ ਨੇ ਕਿਹਾ ਸੀ ਸਿੱਖ 3 ਜਗ੍ਹਾ ਤੁਹਾਨੂੰ ਨਜ਼ਰ ਆਉਣਗੇ। ਇੱਕ ਤੁਹਾਨੂੰ ਜਿਹੜੇ ਨੇ ਸਰਕਾਰੀ ਦਫ਼ਤਰਾਂ ਦੇ ਬਾਹਰ ਸਿਕਿਉਰਿਟੀ ਗਾਰਡ ਸਿੱਖ ਨਜ਼ਰ ਆਏਗਾ, ਇੱਕ ਤੁਹਾਨੂੰ ਡਰਾਈਵਰ ਸਿੱਖ ਨਜ਼ਰ ਆਏਗਾ, ਤੇ ਤੀਜਾ ਤੁਹਾਨੂੰ ਸਿੱਖ ਜਿਹੜਾ ਹੈ ਉਹ ਜਿਹੜਾ ਜਿਸ ਤਰ੍ਹਾਂ ਡਿਲੀਵਰੀ ਬੁਆਏ ਦਾ ਕੰਮ। ਇਹ ਸੱਚ ਹੈ। ਤੁਸੀਂ ਇੱਥੇ ਵੀ ਦੇਖੋ, ਅਮੂਮਨ ਸਾਡਾ ਨੌਜਵਾਨ ਇਸ ਪਾਸੇ ਦੌੜ ਹੈ, ਵਿਦੇਸ਼ਾਂ ਵਿੱਚ ਵੀ ਇਸੇ ਚੱਕਰ 'ਚ ਦੌੜ ਹੈ। ਉੱਥੇ ਵੀ ਜਿਹੜਾ ਜਾਂਦਾ ਜਾਂ ਕੋਈ ਟਰੱਕ ਹੈ ਤੇ ਜਾਊਗਾ। ਇਹਦਾ ਮਤਲਬ ਕਿਤੇ ਨਾ ਕਿਤੇ ਮਾਂ-ਬਾਪ ਨੂੰ ਇਹ ਵੀ ਇੱਕ ਅਸੀਂ ਬੇਨਤੀ ਕਰਾਂਗੇ ਇਸ ਚੈਨਲ ਦੇ ਮਾਧਿਅਮ ਦੁਆਰਾ ਵੀ ਇਸ ਪੈਸੇ ਦੀ ਭਮਾਰ 'ਚ ਇੱਕ ਜਨਰੇਸ਼ਨ ਅਸੀਂ ਸਰਵਾਈਵ ਕਰ ਲਾਂਗੇ, ਪਰ ਪੈਸੇ ਦੇ ਨਾਲ ਅਸੀਂ ਤੁਸੀਂ ਵੇਖੋ ਬਾਕਮਾਲ ਸਾਡੇ ਕੋਲ ਸਿੱਖੀ ਦੇ ਸੋਮੇ ਨੇ, ਇਹਨਾਂ ਸੋਮਿਆਂ ਨੂੰ ਕੌਣ ਸਾਂਭੇਗਾ ਜੀ? ਕਿਆ ਹਰ ਇੱਕ ਅਸੀਂ ਸੋਨੇ ਲਾ ਲਾ ਕੇ ਗੁਰੂ ਘਰ ਬਣਾਏ ਨੇ। ਕਿੰਨਾ ਵੱਡਾ ਸਾਡਾ ਇੱਥੇ ਇੱਕ ਆਪਣਾ ਜਿਹੜਾ ਸੀ ਇੰਡੀਆ ਦੇ ਵਿੱਚ ਸਾਡਾ ਸਮਾਂ ਸਰਮਾਇਆ ਸੀ, ਤੇ ਜੇ ਕਰੀਮ ਹੀ ਸਾਡੀ ਬਾਹਰ ਚਲੀ ਗਈ ਤੇ ਸਾਰੀ ਕੌਣ? ਤੇ ਬਾਕਮਾਲ ਤੁਹਾਡਾ ਮੈਂ ਕੁਐਸਚਨ ਇਸ ਕਰਕੇ ਰੱਖਿਆ ਕਿ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਡਮ RP ਕੌਰ ਦਾ ਸਪੈਸ਼ਲ ਇੱਕ ਲੈਕਚਰ ਸੀ ਇਹਦੇ ਉੱਤੇ ਜੀ। ਸੋ ਇਹਦੇ ਵਿੱਚ ਵੀਰ ਜੀ ਖੈਰ ਭਵਿੱਖ ਦੇ ਵਿੱਚ ਤੁਹਾਡਾ ਕੀ ਪ੍ਰੋਗਰਾਮ ਹੈ ਵੀ ਦੁਬਾਰਾ ਕੋਈ ਇਦਾਂ ਦੇ ਪ੍ਰੋਗਰਾਮ ਕਰਨ ਦਾ? ਇਹ ਫਸਟ ਐਂਡ ਲਾਸਟ ਹੀ ਸੀ ਜਾਂ ਅੱਗੇ ਵੀ ਬਣਾਓਗੇ? ਸਾਡੀ ਆਰਗੇਨਾਈਜੇਸ਼ਨ ਤਰਫੋਂ, ਸੁਸਾਇਟੀ ਤਰਫੋਂ ਇਹ ਪਹਿਲਾ ਉਪਰਾਲਾ ਸੀ ਜੋ ਅਸੀਂ ਮਹਿਸੂਸ ਕੀਤਾ ਔਰ ਸਾਨੂੰ ਵੀ ਬਹੁਤ ਵੱਡੀ ਐਨਕਰੇਜਮੈਂਟ ਮਿਲੀ, ਬੜਾ ਹੌਸਲਾ ਸਾਡਾ ਵਧਿਆ ਔਰ ਅਸੀਂ ਇਹ ਮਹਿਸੂਸ ਕੀਤਾ ਕਿ ਡਿਫਰੈਂਟ ਏਰੀਆ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਨ, ਕਿਤੇ ਜਾਣ, ਤੇ ਜਿਸ ਦਾ ਸਾਡੇ ਸਮਾਜ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ। ਕਿਉਂਕਿ ਜ਼ਿੰਦਗੀ ਵਿੱਚ ਕੋਈ ਵੀ ਆਦਮੀ ਜਿਹੜਾ ਅੱਗੇ ਨਿਕਲਿਆ, ਜਿਹੜਾ ਕਿਸੇ ਅਹੁਦੇ ਤੇ ਪਹੁੰਚਿਆ, ਉਹਦੇ ਪਿੱਛੇ ਕੋਈ ਨਾ ਕੋਈ ਉਹਦੀ ਮੋਟੀਵੇਸ਼ਨ ਹੈ ਸੀ। ਤਾਂ ਲਿਹਾਜ਼ਾ ਅਸੀਂ ਚਾਹੁੰਦੇ ਹਾਂ ਕਿ ਅਲੱਗ-ਅਲੱਗ ਥਾਂ ਤੇ ਜਾ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰੀਏ ਔਰ ਸਮਾਜ ਦੀ ਤਰਫੋਂ ਸਾਨੂੰ ਵੀ ਸਪੋਰਟ ਮਿਲੇ ਤਾਂ ਕਿ ਸਾਡੇ ਵੱਧ ਤੋਂ ਵੱਧ ਬੱਚੇ ਕੰਪੀਟੀਟਿਵ ਐਗਜ਼ਾਮਸ ਵਿੱਚ ਅਪੀਅਰ ਹੋਣ, ਉਹਨਾਂ ਵਿੱਚ ਇੱਕ ਜਜ਼ਬਾ ਪੈਦਾ ਹੋਏ ਕਿ ਨਹੀਂ ਸਭ ਕੁਝ ਸਾਨੂੰ ਇੱਥੇ ਵੀ ਮਿਲ ਸਕਦਾ ਹੈ। ਬਿਲਕੁਲ। ਬਾਹਰ ਅਸੀਂ ਜ਼ਰੂਰ ਜਾਈਏ, ਬਾਹਰ ਅਸੀਂ ਜਾਈਏ, ਟੂਰ ਤੇ ਵੀ ਜਾ ਸਕਦੇ ਹਾਂ। ਹਾਂ ਬਿਲਕੁਲ। ਔਰ ਉਸ ਤੋਂ ਇਲਾਵਾ ਅਗਰ ਜਿਹੜਾ ਬੱਚਾ ਮੈਂ ਕਹਿੰਦਾ ਕਿ ਕੰਪੀਟੀਟਿਵ ਐਗਜ਼ਾਮ ਕੁਆਲੀਫਾਈ ਕਰਕੇ ਜਾਂ ਤਾਲੀਮ ਹਾਸਲ ਕਰਕੇ ਉੱਥੇ ਜਾਏ, ਉਹਦਾ ਉਹ ਵਾਲਾ ਸਟੇਟਸ ਉੱਥੇ ਹੋਏਗਾ। ਬਿਲਕੁਲ, ਉਹ ਸਟੇਟਸ ਉੱਥੇ ਦਿਹਾੜੀਆਂ ਨਾਲ। ਸਾਨੂੰ ਇੱਕ ਵੀਰ ਨੇ ਦੱਸਿਆ, ਆਸਟ੍ਰੇਲੀਆ ਵਿੱਚ ਉਹਨਾਂ ਗੱਲ ਕੀਤੀ ਹੈ, ਉਹ ਕਹਿਣ ਲੱਗੇ ਕਿ ਸਾਨੂੰ ਇੰਜੀਨੀਅਰ ਨਾਂ ਤੇ ਵੀ ਜਾਣਿਆ ਜਾਂਦਾ ਸੀ ਕਿ ਸਰਦਾਰ ਹੈ ਸ਼ਾਇਦ ਇੰਜੀਨੀਅਰ ਹੋਏਗਾ। ਕੀ ਬਾਤ ਹੈ ਜੀ। ਕਹਿਣ ਲੱਗੇ ਕਿ ਅਸੀਂ 3-4 ਕੈਂਡੀਡੇਟਸ ਹਾਂ ਤੇ ਤਿੰਨੋਂ ਚਾਰੇ ਸਿੱਖ ਸਾਂ ਔਰ ਇੰਜੀਨੀਅਰ ਸਾਂ, ਤੇ ਜਦੋਂ ਸਾਡੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਉਹਨਾਂ ਦਾ ਇੱਕ ਪ੍ਰਭਾਵ ਪਿਆ ਕਿ ਨਹੀਂ ਸਿੱਖ ਸ਼ਾਇਦ ਸਾਰੇ ਇੰਜੀਨੀਅਰ ਹੁੰਦੇ ਨੇ। ਤਾਂ ਇਹ ਬੜੀ ਮੁਬਾਰਕ ਵਾਲੀ ਗੱਲ ਹੈ ਸਾਰਿਆਂ ਵਾਸਤੇ ਹੀ। ਤੇ ਅਸੀਂ ਕਹਿੰਦੇ ਹਾਂ ਕਿ ਇੱਕ ਸਾਡਾ ਇੱਕ ਇਹੀ ਸੰਦੇਸ਼ ਹੈ, ਮੈਸੇਜ ਹੈ ਕਿ ਆਪਣੇ ਸਮਾਜ ਨੂੰ, ਕਮਿਊਨਿਟੀ ਨੂੰ ਕਿ ਬੱਚਿਆਂ ਨੂੰ ਪੜ੍ਹਾਓ। ਬਿਲਕੁਲ। ਪੜ੍ਹਾਈ ਜਿਹੜੀ ਹੈ ਸਾਡੀ ਤੀਜੀ ਅੱਖ ਹੈ। ਬਿਲਕੁਲ। ਕਿਉਂਕਿ ਜਿਸ ਘਰ ਵਿੱਚ ਵੀ ਐਜੂਕੇਸ਼ਨ ਹੈ ਨਾ, ਉਸ ਘਰ ਵਿੱਚ ਜ਼ਿੰਦਗੀ 'ਚ ਕਦੇ ਕੋਈ ਕਮੀ ਨਹੀਂ ਆਉਣੀ। तो लिहाजा ਅਸੀਂ ਕਹੀਏ, ਅਸੀਂ ਇਹੀ ਕਹਿੰਦੇ ਹਾਂ ਕਿ ਆਪਣੇ ਸਮਾਜ ਵਿੱਚ ਬੱਚਿਆਂ ਨੂੰ ਪੜ੍ਹਾਓ, ਅੱਛੀ ਤਾਲੀਮ ਦਿਓ ਔਰ ਤਾਂ ਕਿ ਸਾਡਾ ਇਸ ਵਿੱਚ ਸਮਾਜ ਦਾ ਵੀ ਫਾਇਦਾ ਹੈ, ਨੇਸ਼ਨ ਦਾ ਫਾਇਦਾ ਹੈ ਔਰ ਸਾਡੇ ਬੱਚੇ ਜਿਹੜੇ ਹਨ ਇਹ ਕੱਲ੍ਹ ਆਉਣ ਵਾਲੇ ਨੈਸ਼ਨਲ ਬਿਲਡਰਸ ਹਨ। ਔਰ ਤਾਂ ਹੀ ਇਸ ਨੂੰ ਆਪਣਾ ਅਸੀਂ ਕੰਪਲੀਟ ਕਰ ਸਕਾਂਗੇ ਜਦੋਂ ਕਿ ਸਾਡੀ ਇੱਕ ਸੋਚ ਬਣੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਜਿਸ ਲੈਵਲ 'ਤੇ ਵੀ ਹੋਏ ਬੱਚਿਆਂ ਨੂੰ ਅਸੀਂ, ਮੈਂ ਤਾਂ ਕਹਿੰਦਾ ਤਾਲੀਮ ਜ਼ਰੂਰ ਦਿਓ। ਸਭ ਤੋਂ ਪਹਿਲਾਂ ਤਾਲੀਮ ਤੇ। ਜੀ ਹਾਂ, ਬਾਕਮਾਲ ਵੀਰ ਜੀ ਨੇ ਗੱਲ ਦੱਸੀ ਹੈ, ਸੱਚ ਹੈ ਕਿ ਸਿੱਖ ਇੰਜੀਨੀਅਰ ਹੈ। ਤੁਸੀਂ ਅੱਜ ਵੀ ਮੈਂ ਕਹਿੰਦਾ ਸਾਡੇ ਬਜ਼ੁਰਗ ਭਾਵੇਂ ਦੁਨਿਆਵੀ ਉਸ ਵਕਤ ਦੀ ਐਜੂਕੇਸ਼ਨ ਨਹੀਂ ਸੀ, ਪਰ ਉਹ ਇੰਜੀਨੀਅਰ ਸਨ। ਅੱਜ ਵੀ ਦਰਬਾਰ ਸਾਹਿਬ ਜਾਓ, ਅੰਦਰ ਐਂਟਰ ਹੁੰਦੇ ਦੁਨੀਆ ਦੀ ਸਭ ਤੋਂ ਪਹਿਲੀ ਜਿਹੜੀ ਸੋਲਰ ਘੜੀ ਹੈ
ਉਹ ਅੱਜ ਵੀ ਦਰਬਾਰ ਸਾਹਿਬ 'ਚ ਲੱਗੀ ਹੈ। ਉਹ ਸਾਡੇ ਬਜ਼ੁਰਗ ਸਰਦਾਰ ਲਹਿਣਾ ਸਿੰਘ ਵੱਲੋਂ ਤਿਆਰ ਕੀਤੀ ਗਈ। ਇਹ ਇੱਥੇ ਹੀ ਬਸ ਨਹੀਂ, ਹਰ ਇੱਕ ਖੇਤਰ ਦੇ ਵਿੱਚ ਜਿਹੜਾ ਸੀ ਉਹ ਸਿੱਖਾਂ ਨੇ ਮੱਲਾਂ ਮਾਰੀਆਂ ਨੇ। ਔਰ ਗੁਰੂ ਸਾਹਿਬ ਨੇ ਇਸੇ ਕਰਕੇ 11 ਸਾਲ ਦੀ ਉਮਰ ਦੇ ਵਿੱਚ ਮੱਝਾਂ ਚਾਰ ਕੇ, 14 ਸਾਲ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀਖਾਨੇ 'ਚ ਕੰਮ ਕਰਕੇ, ਔਰ 18 ਸਾਲ ਕਰਤਾਰਪੁਰ ਵਿੱਚ ਖੇਤੀ ਕਰਕੇ ਸਾਨੂੰ ਇੱਕ ਚੀਜ਼ ਦੱਸੀ ਹੈ ਕਿ ਸਿੱਖਾ ਤੇਰੀ ਕਿਰਤ ਹੋਵੇ ਔਰ ਤੂੰ ਕਿਰਤੀ ਹੋਵੇਂ। ਔਰ ਇਸੇ ਕਰਕੇ ਅੱਜ ਜਿਹੜਾ ਇਹ ਪ੍ਰੋਗਰਾਮ ਵੀਰ ਜੀਆਂ ਵੱਲੋਂ ਲਿਖਿਆ ਗਿਆ ਜਾਂ ਸਾਡਾ IM US- ਮਲਟੀਮੀਡੀਆ ਚੈਨਲ ਦੇ ਦੁਆਰਾ ਆਪ ਜੀ ਦੇ ਸਨਮੁਖ ਲਿਆਉਣ ਦਾ ਯਤਨ ਇਹ ਸੀ ਕਿ ਇਸ ਵਕਤ ਸਾਡੇ ਸਮਾਜ ਦੀ ਜਿਹੜੀ ਦੌੜ ਹੈ ਉਹ ਚੰਗੇ ਪਾਸੇ ਨਹੀਂ ਹੈ। ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਘਰਾਂ ਦੇ ਵਿੱਚ ਇੱਕ ਸਾਡੇ ਬੱਚੇ ਨੇ, ਉਹ ਅਸੀਂ ਬੱਚੇ ਚੰਦ ਡਾਲਰਾਂ ਦੀ ਖਾਤਰ ਵਿਦੇਸ਼ ਭੇਜ ਦਿੰਦੇ ਹਾਂ। ਜੇ ਪੜ੍ਹਨ ਵਾਸਤੇ ਭੇਜੀਏ, ਚੰਗੇ ਰੁਤਬੇ ਵਾਸਤੇ ਭੇਜੀਏ, ਮੁਬਾਰਕ ਹੈ। ਇਕੱਲੇ ਭੇਜ ਦਿੰਦੇ ਹਾਂ। ਔਰ ਹਰ ਇੱਕ ਘਰ ਦੇ ਵਿੱਚ ਬੁੱਢੇ ਮਾਂ-ਬਾਪ ਅੱਜ ਜਿਹੜੇ ਨੇ ਉਹ ਕੋਠੀਆਂ ਉਹਨਾਂ ਨੂੰ ਚੰਗੀਆਂ ਨੇ, ਪਰ ਦੋਨੋਂ ਇਕੱਠੇ ਨੇ, ਦੁੱਖ ਸੁੱਖ ਦੇ ਵਿੱਚ ਉਹ ਬੱਚੇ ਪਹੁੰਚ ਨਹੀਂ ਸਕਦੇ। ਇਸ ਕਰਕੇ ਇਸੇ ਦੇਸ਼ ਦੇ ਵਿੱਚ ਬਾ ਕਮਾਲ ਸਾਡੇ ਕੋਲ ਵੀ ਇੱਕ ਜਿਹੜੀ ਹੈ ਉਹ ਪਲੇਟਫਾਰਮ ਹੈਗਾ ਕਿ ਅਸੀਂ ਪੜ੍ਹ ਲਿਖ ਕੇ ਹਰ ਇੱਕ ਚੀਜ਼ ਤੱਕ ਪਹੁੰਚ ਸਕਦੇ ਹਾਂ, ਹਰ ਇੱਕ ਮੁਕਾਮ ਤੱਕ। ਇਸੇ ਚੀਜ਼ ਨੂੰ ਹੋਰ ਬੂਸਟ ਕਰਨ ਦੇ ਵਾਸਤੇ ਇਹਨਾਂ ਦਾ ਜਿਹੜਾ ਸਮਰ ਕੈਂਪ ਸੀ, ਜਿਹਦੇ ਵਿੱਚ ਸਾਡੀ ਕਮਿਊਨਿਟੀ ਦੇ ਜਿਹੜੇ ਨੇ ਉਹ ਪੜ੍ਹੇ ਲਿਖਿਆ ਜਿਤਨਾ ਵੀ ਤਬਕਾ ਸੀ, ਸਾਰੇ ਇੰਟੈਕਚੁਅਲ ਲੋਕੀ ਅਸੀਂ ਲੈ ਕੇ ਵੀਰ ਜੀ ਉੱਥੇ ਆਏ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ, ਜਿਹੜਾ ਤੁਸੀਂ ਕੀਮਤੀ ਸਮਾਂ ਕੱਢਿਆ। ਤੋ ਗੁਰੂ ਕਿਰਪਾ ਕਰੇ ਨੈਕਸਟ ਟਾਈਮ ਜਿਹੜਾ ਤੁਸੀਂ ਵਧੀਆ ਪ੍ਰੋਗਰਾਮ ਕਰੋ। ਔਰ ਜਿਹੜਾ ਵੀ ਇਹ ਪ੍ਰੋਗਰਾਮ ਅੱਗੇ ਉਲੀਕਣਗੇ ਉਹ ਇਸ ਚੈਨਲ ਦੁਆਰਾ ਆਪ ਜੀ ਦੇ ਸਨਮੁਖ ਜਿਹੜਾ ਲਿਆਂਦਾ ਜਾਏਗਾ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਜੋ ਆਪ ਜੀ ਨੇ ਕੀਮਤੀ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਮਿੰਟ ਦੀ ਹੋ ਗਈ ਜੋ ਇੱਕ